ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਮਹਾਰਾਜ ਰਹਾਉ ਵਾਲੇ ਬੰਦ ਅੰਦਰ ਬਖਸ਼ਿਸ਼ ਕਰਦੇ ਐ। ਜਪ ਮਨ ਸਤਨਾਮ, ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਮੇਰੇ ਮਨਾ, ਸੱਚੇ ਪਿਤਾ ਵਾਹਿਗੁਰੂ ਪਰਮੇਸ਼ਰ ਨੂੰ ਜਪਣਾ ਕਰ, ਉਹਦੀ ਆਰਾਧਨਾ ਕਰ, ਉਹਦੀ ਯਾਦ, ਉਹਦਾ ਪਿਆਰ ਪ੍ਰੇਮ ਤੇਰੇ ਹਿਰਦੇ 'ਚ ਵਸ ਜਾਏ, ਉਹਦੀ ਯਾਦ ਤੇਰੇ ਹਿਰਦੇ 'ਚ ਸਮਾ ਜਾਏ। ਉਹਨੂੰ ਜਪਦਿਆਂ ਜਪਦਿਆਂ ਤੂੰ ਪਰਮੇਸ਼ਰ ਦਾ ਰੂਪ ਹੋ ਜਾਏ, ਉਹਦੇ 'ਚ ਲੀਨ ਹੋ ਜਾਏ। ਜਦੋਂ ਅਸੀਂ ਜਪਦੇ ਹਾਂ, ਆਰਾਧਦੇ ਹਾਂ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਰ ਬੰਦੇ ਤੂੰ ਬੰਦ ਕੀ ਜਿਚਰ ਘਟ ਮੈਂ ਸਾਹ ਦੀ ਪ੍ਰੇਰਨਾ ਦਿੱਤੀ ਹੈ ਹਰ ਜਗ੍ਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਜਿਹੜੀਆਂ ਰੂਹਾਂ ਵਾਹਿਗੁਰੂ ਨੂੰ ਆਰਾਧਦੀਆਂ, ਚੇਤੇ ਕਰਦੀਆਂ, ਨਾਮ ਲੈਂਦੀਆਂ, ਉਹਨੂੰ ਜਪਦੀਆਂ, ਜਪਦੀਆਂ ਉਹਦਾ ਰੂਪ ਹੋ ਗਈਆਂ। ਉਹਨਾਂ ਲਈ ਦੁੱਖ ਤੇ ਸੁੱਖ ਇੱਕ ਸਮਾਨ ਹੋ ਜਾਂਦੇ ਨੇ। ਵੈਸੇ ਖੇਡ ਇੰਨੀ ਸੌਖੀ ਨਹੀਂ, ਪਰ ਜੇ ਮਹਾਰਾਜ ਦੀ ਮਿਹਰ ਹੋ ਜਾਏ, ਗੁਰ ਕਿਰਪਾ ਜੇ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ। ਜੇ ਸੱਚੇ ਪਾਤਸ਼ਾਹ ਰਹਿਮਤ ਕਰਨ, ਕਿਰਪਾ ਕਰਨ ਤੇ ਜੀਵਨ ਦੁੱਖਾਂ ਤੇ ਸੁੱਖਾਂ ਤੋਂ ਨਿਰਲੇਪ ਹੋ ਜਾਂਦਾ, ਦੁੱਖਾਂ ਸੁੱਖਾਂ ਤੋਂ ਬਹੁਤ ਉੱਪਰ ਚਲਾ ਜਾਂਦਾ ਹੈ, ਉਹ ਆਨੰਦ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਤੇ ਸਾਡਾ ਜੀਵਨ ਕਿੱਥੇ ਖੜਾ ਹੈ? ਜਾਂ ਦੁੱਖ ਤੇ ਖੜਾ ਹੈ ਜਾਂ ਸੁੱਖ ਤੇ ਖੜਾ ਹੈ। ਜਿੱਥੇ ਗੁਰੂ ਆਪਦੇ ਸਿੱਖ ਨੂੰ ਲਿਜਾਣਾ ਚਾਹੁੰਦੇ ਹੋ, ਬਹੁਤ ਉੱਚੀ ਅਵਸਥਾ, ਬੇਗਮਪੁਰਾ ਸ਼ਹਿਰ ਕੋ ਨਾਉ ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹੈ ਮਹੱਲ। ਬਹੁਤ ਉੱਚੀ ਅਵਸਥਾ ਹੈ, ਜਿੱਥੇ ਜਾ ਕੇ ਜਿਸ ਦੁੱਖ ਸੁੱਖ ਵਿੱਚ ਬੰਦਾ ਉਲਝਿਆ ਹੋਇਆ ਹੈ, ਰੱਬੀ ਭਗਤਾਂ ਨੂੰ ਦੁੱਖ ਤੇ ਸੁੱਖ ਇੱਕ ਲੱਗਦੇ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਆ ਨਾ, ਤੇ ਸਿੱਖ ਨੂੰ ਬਾਣੀ ਤੇ ਭਰੋਸਾ, ਯਕੀਨ। ਅਸੀਂ ਜੀ ਨਾ ਸਕੀਏ ਮੁਝ ਅਵਗਣ ਸ਼ਹਿ ਨਾਹੀ ਦੋਸ਼। ਸਾਡੀ ਕਮੀ ਹੈ ਵੀ ਅਸੀਂ ਉਸ ਪੰਗਤੀਆਂ ਨੂੰ ਜੀ ਨਹੀਂ ਸਕੇ, ਮਾਨ ਨਹੀਂ ਸਕੇ, ਉਤੋਂ ਤੱਕ ਸਾਡਾ ਮਨ ਨਹੀਂ ਪਹੁੰਚਿਆ। ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਉਹਦੇ ਵਿੱਚ ਝੂਠ ਤਾਂ ਕੁਝ ਨਹੀਂ ਨਾ। ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਮਹਾਰਾਜ ਕਹਿੰਦੇ ਅੰਦਰੋਂ ਸਮਝ, ਭਰੋਸੇ ਨਾਲ ਜੇ ਜਾਣੇਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੋਈ ਰੱਤੀ ਵੀ ਝੂਠ ਨਹੀਂ, ਸਭ ਸੱਚ ਹੈ। ਕਹੈ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ, ਇਹ ਸੱਚੀ ਬਾਣੀ ਹੈ। ਤੇ ਸੱਚੀ ਬਾਣੀ ਕੀ ਕਹਿੰਦੀ ਹੈ? ਵੀ ਜਿਹੜੇ ਭਗਤ ਪਰਮੇਸ਼ਰ ਨੂੰ ਜਪਦੇ ਆ, ਉਹਨਾਂ ਲਈ ਦੁੱਖ ਤੇ ਸੁੱਖ ਇੱਕ ਸਮਾਨ ਹੋ ਜਾਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਆ, ਦੁੱਖ ਸੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਹਰ ਕਸੋਗ ਤੇ ਰਹਿ ਅਤੀਤਾ ਤੇਹ ਜਗ ਤਤ ਪਛਾਨਾ। ਦੁੱਖ ਸੁੱਖ ਇੱਕ ਹੋ ਜਾਂਦੇ ਆ। ਤੇ ਭਗਤ ਦੁੱਖਾਂ ਤੇ ਸੁੱਖਾਂ ਤੋਂ ਤਾਂ ਕਿਉਂ ਜਾਣਾ ਚਾਹੁੰਦਾ? ਉਹ ਸੁੱਖਾਂ ਤੱਕ ਵੀ ਸੀਮਿਤ ਕਿਉਂ ਨਹੀਂ ਰਹਿਣਾ ਚਾਹੁੰਦਾ? ਕਿਉਂ? ਕਿਉਂਕਿ ਵੱਡੇ ਵੱਡੇ ਬੰਦਿਆਂ ਨੂੰ ਦੁੱਖ ਵੀ ਹਿਲਾ ਦਿੰਦੇ ਆ। ਭਗਤ ਨਹੀਂ ਰਹਿਣਾ ਚਾਹੁੰਦਾ ਇਸ ਅਵਸਥਾ ਵਿੱਚ ਵੀ। ਕਿੰਨੇ ਸਰੀਰ ਆ ਜਿਹੜੇ ਦੁੱਖਾਂ 'ਚ ਭਟ ਗਏ, ਬੇਚੈਨ ਹੋ ਗਏ, ਨਿਰਾਸ਼ ਹੋ ਗਏ, ਉਦਾਸ ਗਏ, ਤੇ ਦੁੱਖਾਂ 'ਚ ਹੀ ਖਤਮ ਹੋ ਗਏ, ਉੱਠ ਹੀ ਨਹੀਂ ਸਕੇ, ਨਿਕਲ ਨਹੀਂ ਸਕੇ। ਉਹਨਾਂ ਨੂੰ ਦੁੱਖਾਂ ਤੇ ਪਰੇਸ਼ਾਨੀਆਂ ਨੇ ਇੰਨਾ ਬੇਚੈਨ ਕਰ ਦਿੱਤਾ, ਦੁੱਖ ਦਾਰੂ ਬਣਨ ਦੀ ਬਜਾਏ, ਦੁੱਖ ਦਵਾ ਬਣਨ ਦੀ ਬਜਾਏ, ਵਾਹਿਗੁਰੂ ਨਾਲ ਨੇੜਤਾ ਬਣਨ ਦੀ ਬਜਾਏ ਬਹੁਤ ਦੂਰੀ ਬਣ ਗਈ। ਬੰਦਾ ਬਾਗੀ ਹੋ ਗਿਆ ਪਰਮਾਤਮਾ ਦੇ ਨਾਮ ਤੋਂ, ਪਰਮੇਸ਼ਰ ਤੋਂ। ਕਿਸੇ ਨੇ ਦੁੱਖਾਂ ਤੋਂ ਨਿਜਾਤ ਪਾਉਣ ਲਈ ਬੁਰੇ ਰਾਹ ਵੀ ਇਖਤਿਆਰ ਕਰ ਲਏ, ਜਿਹੜੇ ਹੋਰ ਦੁੱਖਾਂ ਵੱਲ ਲੈ ਗਏ। ਕਿਸੇ ਨੇ ਨਸ਼ਾ ਕੀਤਾ, ਕੋਈ ਦੁੱਖਾਂ ਤੋਂ ਭੱਜਣ ਲਈ ਕਿਤੇ ਚਲਿਆ ਗਿਆ, ਕੋਈ ਕਿਤੋਂ ਚਲਿਆ ਗਿਆ। ਹੁਣ ਅੰਦਰਲੀ ਇਸ ਪਰੇਸ਼ਾਨੀ ਤੋਂ, ਚਿੰਤਾ ਤੋਂ ਬੰਦਾ ਭੱਜ ਕੇ ਜਾਏਗਾ ਕਿੱਥੇ? ਆਪਣੇ ਆਪ ਤੋਂ ਭੱਜ ਕੇ ਕਿੱਥੇ ਜਾਏਗਾ?
ਰੋਗ ਤਾਂ ਉੱਥੇ ਹੀ ਖੜੇ ਆ ਨਾ। ਜੇ ਬੁਖਾਰ ਚੜਿਆ, ਕੰਟਰੀ ਬਦਲ ਕੇ, ਦੇਸ਼ ਬਦਲ ਕੇ, ਕੱਪੜੇ ਬਦਲ ਕੇ, ਬਾਬੇ ਫਰੀਦ ਨੇ ਆਖਿਆ ਜੰਗਲ ਜੰਗਲ ਕਿਆ ਭਵੇਂ ਵਣ ਕੰਢਾ ਮੋੜ। ਜਿਹੜਾ ਅੰਦਰ ਹੈ ਉਹ ਬਾਹਰੋਂ ਕਿੱਦਾਂ ਲੱਭ ਲਏਗਾ? ਜੇ ਰੋਗ ਵੀ ਅੰਦਰ ਹੈ ਤੇ ਸੰਸਾਰ ਬਦਲ ਕੇ ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਫਿਰ ਦੇਸ਼ ਬਦਲ ਕੇ, ਕੰਟਰੀਆਂ ਬਦਲ ਕੇ, ਆਪਣੇ ਆਪ ਤੋਂ ਭੱਜ ਕੇ ਕਿੱਥੇ ਜਾਏਗਾ? ਉਹ ਤਾਂ ਉੱਥੇ ਹੀ ਖੜੇ ਆ ਦੁੱਖ, ਉਹ ਤਾਂ ਚਿੰਤਾ ਉੱਥੇ ਹੀ ਖੜੀ ਹੈ। ਕਿਸੇ ਨੇ ਇਹ ਵੀ ਰਾਹ ਕੱਢਿਆ, ਦੁੱਖਾਂ 'ਚ ਖਤਮ ਹੋ ਗਏ ਤੇ ਕਈਆਂ ਨੂੰ ਸੁੱਖਾਂ ਦੀ ਠੋਕਰ ਵੱਜੀ। ਸੁੱਖੋਂ ਉੱਠੇ ਰੋਗ, ਪੈਸੇ ਆ ਗਏ, ਸ਼ੌਹਰਤ ਆ ਗਈ, ਮਾਣ ਸਨਮਾਨ ਮਿਲ ਗਿਆ, ਡੋਲ ਗਏ ਬੰਦੇ, ਕੁਰਾਏ ਪੈ ਗਏ, ਹੌਲੀ ਹੌਲੀ ਉਹਦੇ 'ਚ ਨਿੱਗਰ ਗਏ, ਖਤਮ ਹੋ ਗਏ। ਸੌਖ ਇੰਨਾ ਆਇਆ, ਮਹਾਰਾਜ ਨੇ ਬਾਣੀ 'ਚ ਆਖਿਆ ਨਾ, ਸਾਰੋ ਦਿਨ ਸਮਜ਼ੂਰੀ ਕਰੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ 'ਚ ਕਿਸੇ ਦੀ ਕੋਈ ਕਿਰਤ, ਕਿਸੇ ਦੀ ਕੋਈ। ਕਿਸੇ ਨੂੰ ਉਸ ਕਿਰਤ 'ਚ ਜ਼ਿਆਦਾ ਪੈਸੇ ਮਿਲਦੇ ਆ, ਕਿਸੇ ਨੂੰ ਘੱਟ ਮਿਲਦੇ। ਮਹਾਰਾਜ ਕਹਿੰਦੇ ਸਾਰਾ ਦਿਨ ਮਜ਼ਦੂਰੀ ਕਰਦਾ, ਮਿਹਨਤ ਕਰਦਾ ਹਰ ਬੰਦਾ ਆਪੋ ਆਪਣੇ ਲੈਵਲ ਤੇ। ਸਾਰੋ ਦਿਨ ਸਮਝੂਰੀ ਕਰੇ, ਹਰ ਨਾਮ ਕੀ ਬੇਲਾ ਬਜਰ ਸਿਰ ਪਰੈ। ਜਦੋਂ ਪਰਮੇਸ਼ਰ ਦਾ ਨਾਮ ਲੈਣਾ ਹੁੰਦਾ, ਨਾਮ ਸੁਣਤ ਜਨ ਬਿਛੂ ਡਸਾਨਾ। ਕਿਤੇ ਆਖਿਆ ਤੈਨੂੰ ਬਿਛੂ ਡਸ ਜਾਂਦਾ, ਕਿਤੇ ਆਖਿਆ ਤੇਰੇ ਤੇ ਬਿਜਲੀ ਡਿੱਗ ਪੈਂਦੀ ਆ, ਤੇ ਕਿਤੇ ਮਹਾਰਾਜ ਨੇ ਆਖਿਆ ਤੂੰ ਬੁਰੇ ਕੰਮ ਨੂੰ ਸ਼ੇਰ ਹੋ ਜਾਣਾ, ਚੰਗੇ ਕੰਮ ਨੂੰ ਆਲਸੀ। ਸੁੱਖ ਆਲਸੀ ਵੀ ਬਣਾ ਦਿੰਦੇ ਆ ਨਾ। ਨੌਕਰ ਚਾਕਰ ਹੈ, ਸਭ ਕੁਛ ਹੈ, ਬੰਦਾ ਉੱਠਦਾ ਹੀ ਨਹੀਂ, ਧਰਮ ਵਾਲੇ ਰਾਹ ਤੁਰਦਾ ਹੀ ਨਹੀਂ, ਉਸ ਪਾਸੇ ਕੋਸ਼ਿਸ਼ ਹੀ ਨਹੀਂ ਕਰਦਾ ਜਾਣ ਦੀ। ਸੁੱਖਾਂ 'ਚ ਗਲਤਾਨ ਹੋ ਗਿਆ। ਸੁੱਖਾਂ ਨੇ ਇੰਨਾ ਆਲਸੀ ਬਣਾਤਾ ਵੀ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਚੰਗੇ ਕੰਮ ਵੱਲ ਧਿਆਨ ਨਹੀਂ ਜਾ ਰਿਹਾ। ਵਾਹਿਗੁਰੂ ਨੂੰ ਜਪਣ ਵਾਲੇ ਪਾਸੇ, ਆਰਾਧਨ ਵਾਲੇ ਪਾਸੇ, ਉਹਦੇ ਚਰਨਾਂ ਨਾਲ ਜੁੜਨ ਦਾ ਸੁੱਖਾਂ ਕਰਕੇ ਖਿਆਲ ਨਹੀਂ ਆ ਰਿਹਾ। ਇਸੇ ਕਰਕੇ ਭਗਤ ਦੁੱਖ ਤੇ ਸੁੱਖ ਤੋਂ ਬਹੁਤ ਉੱਪਰ ਆ। ਉਹਨਾਂ ਤੱਕ ਦੁੱਖ ਵੀ ਨਹੀਂ ਪਹੁੰਚਦੇ, ਸੁੱਖ ਵੀ ਨਹੀਂ ਪਹੁੰਚਦੇ। ਆਤਮਾ ਦੁੱਖਾਂ 'ਚ ਵੀ ਕੁਰਾਏ ਪੈ ਜਾਂਦੀ ਹੈ, ਸੁੱਖਾਂ 'ਚ ਵੀ ਪੈ ਜਾਂਦੀ ਹੈ। ਭਗਤ ਤਾਂ ਆਨੰਦ ਤੱਕ ਜਾਣਾ ਚਾਹੁੰਦੇ ਆ, ਆਨੰਦ ਤੱਕ ਪਹੁੰਚਣਾ ਚਾਹੁੰਦੇ ਆ, ਦੁੱਖਾਂ ਸੁੱਖਾਂ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਜੀਣਾ ਚਾਹੁੰਦੇ ਆ। ਬਾਬੇ ਕਬੀਰ ਜੀ ਨੇ ਪਤਾ ਕੀ ਆਖਿਆ? ਸੁੱਖ ਮੰਗੇ, ਮੈਂ ਤੇਰੇ ਦਰ ਤੋਂ ਸੁੱਖ ਮੰਗਣਾ ਹੀ ਨਹੀਂ, ਮੈਨੂੰ ਨਹੀਂ ਲੋੜ ਸੁੱਖਾਂ ਦੀ। ਸੁੱਖ ਮੰਗੇ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਸਾਨੂੰ ਨਹੀਂ ਚੰਗਾ ਲੱਗਦਾ ਸੁੱਖ, ਕਿਉਂਕਿ ਸੁੱਖ ਮੰਗਦੇ ਸੁੱਖ ਨਾਲ ਦੁੱਖ ਆਉਂਦਾ। ਅਸੀਂ ਤਾਂ ਇੱਥੇ ਹੀ ਉਲਝੇ ਰਵਾਂਗੇ। ਜੇ ਮਾਣ ਮਿਲੇਗਾ ਤੇ ਅਪਮਾਨ ਵੀ ਮਿਲੇਗਾ, ਜੇ ਵਾਧਾ ਹੋਏਗਾ ਤੇ ਘਾਟਾ ਵੀ ਪਏਗਾ। ਜਵਾਨੀ ਆਏਗੀ ਤੇ ਵਡੇਪਾ ਵੀ ਤਾਂ ਆਏਗਾ ਨਾ। ਜਬ ਲਗ ਰੋਗ ਜਰਾ ਨਹੀਂ ਆਇਆ, ਮਹਾਰਾਜ ਨੇ ਰੋਗ ਆਖਿਆ ਵਡੇਪੇ ਨੂੰ। ਜੇ ਜਵਾਨੀ ਚਾਹੀਦੀ ਹੈ ਤੇ ਵਡੇਪਾ ਵੀ ਆਏਗਾ, ਜੇ ਦੁੱਖ ਚਾਹੀਦਾ ਤੇ ਸੁੱਖ ਵੀ ਆਏਗਾ, ਜੇ ਮਾਣ ਚਾਹੀਦਾ ਅਪਮਾਨ ਵੀ ਮਿਲੇਗਾ, ਜੇ ਉਸਤਤ ਚਾਹੀਦੀ ਹੈ ਨਿੰਦਿਆ ਵੀ ਮਿਲੇਗੀ, ਜੇ ਜਨਮ ਚਾਹੀਦਾ ਹੈ ਤੇ ਫਿਰ ਮੌਤ ਵੀ ਮਿਲੇਗੀ। ਇਹ ਤਾਂ ਜੀਵਨ ਇੱਥੇ ਹੀ ਉਲਝਿਆ ਰਹੇਗਾ। ਬਾਬਾ ਜੀ ਕਹਿੰਦੇ ਸਾਨੂੰ ਚਾਹੀਦਾ ਹੀ ਨਹੀਂ ਇਹ ਕੁਛ। ਗੁਰੂ ਨਾਨਕ ਸਾਹਿਬ ਤੋਂ ਪੁੱਛੀਏ ਆਪਾਂ ਵੀ ਸੁੱਖ ਚਾਹੀਦਾ? ਗੁਰੂ ਨਾਨਕ ਸਾਹਿਬ ਤੇਰੇ ਦਰ ਤੋਂ ਆ ਕੇ ਸੁੱਖ ਮੰਗਿਆ ਕਰੀਏ ਅਸੀਂ, ਤੇ ਮਹਾਰਾਜ ਕੀ ਕਹਿੰਦੇ ਭਲਾ? ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਏ ਸੁੱਖ। ਉਹ ਸਰੀਰ ਝੱਖ ਮਾਰ ਰਹੇ ਆ ਜੋ ਤੇਰੇ ਦਰ ਤੋਂ ਆ ਕੇ ਦੁੱਖਾਂ ਦੀ ਬਜਾਏ ਸੁੱਖ ਮੰਗ ਰਹੇ ਆ। ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਮਹਾਰਾਜ ਕਹਿੰਦੇ ਤਾਂ ਝੱਖ ਪੁਣਾ ਆ। ਦੁੱਖਾਂ ਨੂੰ ਛੱਡ ਕੇ ਸੁੱਖ ਕਿੱਦਾਂ ਮਿਲ ਜਾਣਗੇ? ਜੇ ਸੁੱਖ ਲੈ ਕੇ ਜਾਣੇ ਆ ਫਿਰ ਦੁੱਖ ਵੀ ਲੈ ਕੇ ਜਾਓ। ਜੇ ਖੁਸ਼ੀਆਂ ਚਾਹੀਦੀਆਂ ਫਿਰ ਗਮੀਆਂ ਵੀ ਮਿਲਣਗੀਆਂ। ਜੇ ਹਾਸੇ ਚਾਹੀਦੇ ਆ ਰੋਣੇ ਵੀ ਮਿਲਣਗੇ। ਬੰਦਾ ਸਿੱਕੇ ਦਾ ਇੱਕ ਪਾਸਾ ਚਾਹੁੰਦਾ, ਦੂਜਾ ਪਾਸਾ ਨਹੀਂ ਚਾਹੁੰਦਾ। ਉਹਨੂੰ ਖੁਸ਼ੀ ਚਾਹੀਦੀ, ਗਮੀ ਨਹੀਂ।
ਉਹਨੂੰ ਹਾਸੇ ਚਾਹੀਦੇ ਆ, ਤੇ ਹਾਸੇ ਖੁਸ਼ੀਆਂ ਇਹ ਵਕਤੀ ਹੁੰਦੀਆਂ ਸਭ ਕੁਝ। ਇਹ ਦੁਨਿਆਵੀ ਵਡਿਆਈ, ਦੁਨਿਆਵੀ ਸ਼ੋਹਰਤ, ਇਹ ਵਕਤੀ ਹੈ ਸਾਰਾ ਕੁਝ। ਅੱਜ ਜਨਮ ਹੋਇਆ, ਜ਼ਿੰਦਗੀ ਘਟ ਰਹੀ ਹੈ, ਮੌਤ ਆਏਗੀ। ਜਿੱਥੇ ਲੱਡੂ ਵੰਡੇ ਗਏ ਹੈ, ਸੁਭਾਵਕ ਆ ਉੱਥੇ ਵੈਣ ਵੀ ਬਹਿਣਗੇ, ਉੱਥੇ ਸੱਥਰ ਵੀ ਵਿਛੇਗਾ। ਜਿੱਥੇ ਜਨਮ ਹੋਇਆ ਉੱਥੇ ਮੌਤ ਵੀ ਹੋਏਗੀ। ਬਾਬਾ ਕਬੀਰ ਜੀ ਕਹਿੰਦੇ ਸਾਨੂੰ ਸੁੱਖ ਨਹੀਂ ਚਾਹੀਦਾ। ਬਾਬਾ ਨਾਨਕ ਜੀ ਕਹਿੰਦੇ, ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਤਾਂ ਦੋਨੇ ਕੱਪੜੇ ਨੇ। ਅੱਜ ਸੁੱਖ ਮੰਗਾਂਗੇ, ਕੱਲ ਨੂੰ ਦੁੱਖ ਆਏਗਾ, ਫਿਰ ਸੁੱਖ ਮੰਗਾਂਗੇ। ਸਾਨੂੰ ਤਾਂ ਸਦੀਵੀ ਸੁੱਖ ਚਾਹੀਦਾ, ਸਾਨੂੰ ਤਾਂ ਸਦੀਵੀ ਆਨੰਦ ਚਾਹੀਦਾ, ਸਦੀਵੀ ਵਿਗਾਸ ਚਾਹੀਦਾ, ਸਦੀਵੀ ਖੇੜਾ ਚਾਹੀਦਾ ਜਿਹੜਾ ਬਿਖਰੇ ਨਾ। फूल खिलता है मुरझाने का तखय्युल लेकर, जिससे हंसता हुआ पाओगे वो परेशान होगा। ਜਿਹੜਾ ਫੁੱਲ ਖਿੜਿਆ ਉਹ ਮੁਰਝਾਏਗਾ ਵੀ। ਉੱਪਰੋਂ ਉੱਪਰੋਂ ਹੱਸਦੇ ਖੁਸ਼ ਚਿਹਰੇ ਬੜੀਆਂ ਤਕਲੀਫਾਂ ਚੋਂ ਲੰਘਦੇ ਆ। ਅੰਤਰ ਚਿੰਤਾ ਨੈਣੀ ਸੁਖੀ, ਅੰਦਰ ਚਿੰਤਾ 'ਚ ਡੁੱਬੇ ਹੋਏ ਬੰਦੇ ਬਾਹਰੋਂ ਸੁਖੀ ਲੱਗ ਰਹੇ ਆ। ਜੇ ਕਿਸੇ ਨੂੰ ਮਾਪਣਾ ਕਿੰਨਾ ਕੁ ਦੁਖੀ ਹੈ, ਬਸ ਜਿੰਨਾ ਸੁਖੀ ਹੈ ਓਨਾ ਹੀ ਦੁਖੀ ਹੈ। ਜਿੰਨਾ ਖੁਸ਼ ਲੱਗ ਰਿਹਾ, ਹਰਖ 'ਚ ਲੱਗ ਰਿਹਾ ਹੈ, ਓਨਾ ਹੀ ਸੋਗੀ ਹੈ। ਤੇ ਮਹਾਰਾਜ ਕਹਿੰਦੇ ਸਿੱਖਾ ਤੇਰੇ ਲਈ ਬਰਾਬਰ ਬਣ ਜੇ ਸਭ ਕੁਝ। ਹਰਖ, ਸੋਗ, ਮਾਣ, ਅਪਮਾਨ, ਖੁਸ਼ੀ, ਗਮੀ, ਵਾਧਾ, ਘਾਟਾ, ਸੁੱਖ ਤੇ ਦੁੱਖ ਤੇਰੇ ਲਈ ਕੀ ਬਣ ਜਾਣ? ਬਰਾਬਰ ਬਣ ਜਾਣ। ਇਹ ਆਨੰਦ ਤੇ ਜਾ ਕੇ ਹੋਏਗਾ ਸਭ ਕੁਝ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੇ ਕੋਏ। ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਸੁੱਖ ਚਾਹੀਦਾ, ਦੁੱਖ ਨਹੀਂ ਚਾਹੀਦਾ। ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ। ਸੁਖੈ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਮਨ ਪਿੱਛੇ ਤੁਰਨ ਵਾਲੇ ਨੂੰ ਇਹ ਨਹੀਂ ਪਤਾ ਵੀ ਸੁੱਖ ਪਿੱਛੇ ਦੁੱਖ ਵੀ ਤੁਰਿਆ ਹੁੰਦਾ, ਖੁਸ਼ੀਆਂ ਪਿੱਛੇ ਗਮੀਆਂ ਵੀ ਆ ਰਹੀਆਂ, ਹਾਸਿਆਂ ਪਿੱਛੇ ਰੋਣੇ ਵੀ ਆ ਰਹੇ ਆ। ਬਸ ਸੰਸਾਰ ਦੋ ਰੰਗੀ ਹੈ। ਭਗਤ ਇਸ ਖੇਡ ਨੂੰ ਸਮਝ ਲੈਂਦਾ, ਉਹ ਜ਼ਿੰਦਗੀ ਮੌਤ ਨੂੰ ਬਰਾਬਰ ਸਮਝਦਾ। ਸੰਸਾਰ ਦੋ ਰੰਗੀ ਹੈ। ਇੱਥੇ ਫੁੱਲ ਖਿੜਦੇ ਵੀ ਆ, ਮੁਰਝਾਉਂਦੇ ਵੀ ਆ, ਜਨਮ ਵੀ ਹੁੰਦੇ ਆ, ਮੌਤ ਵੀ ਹੁੰਦੀ ਆ, ਜਵਾਨੀ ਵੀ ਆਏਗੀ, ਵਡੇਪਾ ਵੀ ਆਏਗਾ। ਬਸ ਸਾਨੂੰ ਜਵਾਨੀ ਚਾਹੀਦੀ, ਵਡੇਪਾ ਨਹੀਂ ਚਾਹੀਦਾ। ਸਾਨੂੰ ਜਨਮ ਚਾਹੀਦਾ, ਮੌਤ ਨਹੀਂ ਚਾਹੀਦੀ। ਤੇ ਗੁਰੂ ਰਾਮਦਾਸ ਮਹਾਰਾਜ ਨੇ ਤੇ ਹੋਰ ਬੜੀ ਪਿਆਰੀ ਗੱਲ ਕੀਤੀ। ਕਹਿੰਦੇ ਅਸੀਂ ਇਦੋਂ ਗਾਂ ਸੁੱਖਾਂ ਦੁੱਖਾਂ ਤੋਂ, ਜੇ ਸੁੱਖ ਦੇ ਤਾਂ ਤੁਝੇ ਅਰਾਦੀ। ਅਸੀਂ ਨਹੀਂ ਭਟਕਾਂਗੇ ਜੇ ਦੁਨਿਆਵੀ ਸੁੱਖ ਆ ਵੀ ਗਏ, ਜੇ ਦੁਨਿਆਵੀ ਸਹੂਲਤਾਂ ਆ ਗਈਆਂ, ਪਦਾਰਥ ਆ ਗਏ, ਅਸੀਂ ਤੇਰੇ ਘਰ ਹੀ ਬੈਠੇ ਆ। ਤੈਨੂੰ ਛੱਡ ਕੇ, ਤੇਰਾ ਪੱਲਾ ਛੱਡ ਕੇ ਅਸੀਂ ਨਹੀਂ ਜੇ ਜਾਣਾ। ਤੇ ਜੇ ਦੁਨਿਆਵੀ ਸੁੱਖਾਂ ਦੀ ਬਜਾਏ ਦੁੱਖ ਵੀ ਆ ਗਏ ਤਾਂ ਵੀ ਅਸਾਂ ਤੈਨੂੰ ਨਹੀਂ ਜੇ ਛੱਡਣਾ। ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਾਨੂੰ ਸਭ ਕੁਝ ਕਬੂਲ ਆ, ਬਸ ਤੂੰ ਹਿਰਦੇ ਦੀ ਧਰਤੀ ਤੇ ਬੈਠਾ ਹੋਵੇ। ਤੇ ਭਗਤ ਨਾਮਦੇਵ ਜੀ ਕੀ ਕਹਿੰਦੇ ਆ? ਕਹਿੰਦੇ ਨਾ ਸਾਨੂੰ ਰਾਜ ਦੀ ਪਰਵਾਹ ਵਾ, ਨਾ ਤੂੰ ਸਾਨੂੰ ਭਿਖਾਰੀ ਬਣਾ ਦੇ, ਨਾ ਸਾਨੂੰ ਉਸ ਚੀਜ਼ ਨਾਲ ਲਗਾ। ਬਸ ਤੂੰ ਜਿੱਥੇ ਰੱਖੇਗਾ ਚੰਗਾ ਹੀ ਰੱਖੇਗਾ। ਜੋ ਰਾਜ ਦੇ ਤਾਂ ਕਵਨ ਵਡਾਈ, ਅਸੀਂ ਵੱਡੇ ਨਹੀਂ ਹੋ ਜਾਣਾ। ਜੇ ਭੀਖ ਮਗਾਵੇਂ ਤਾਂ ਕਿਆ ਘਟ ਜਾਈ। ਤੇ ਜੇ ਤੂੰ ਭਿਖਾਰੀ ਵੀ ਬਣਾ ਦੇਂਗਾ ਕੋਈ ਫਰਕ ਨਹੀਂ, ਬਸ ਤੇਰੇ ਨਾਲ ਪਿਆਰ ਪ੍ਰੀਤ ਬਣੀ ਰਹੇ। ਕੋਈ ਵਕਤ ਸੀ ਇੰਗਲੈਂਡ ਦੇ ਅੰਦਰ, ਹਰ ਤੀਜੀ ਗਲੀ 'ਚ ਚਰਚ ਸੀ। ਜਦੋਂ ਦੁਖਿਆਰੇ ਸੀ, ਗਰੀਬ ਸੀ ਲੋਕੀ, ਜਦੋਂ ਦੁਨੀਆ ਭਰ ਦੀ ਦੌਲਤ ਆ ਗਈ, ਉੱਥੇ ਸ਼ੋਹਰਤ ਆ ਗਈ, ਸਾਧਨ ਆ ਗਏ, ਹੋਰਾਂ ਮੁਲਕਾਂ ਤੇ ਰਾਜ ਕਰ ਲਿਆ, ਲੁੱਟ ਕੇ ਚੀਜ਼ਾਂ ਲੈ ਕੇ ਆਂਦੀਆਂ, ਸੁੱਖ ਆ ਗਿਆ। ਬਹੁਤ ਸਾਰੀਆਂ ਚਰਚਾਂ ਬਾਅਦ 'ਚ ਸਿੰਘਾਂ ਨੇ ਖਰੀਦ ਕੇ ਉੱਥੇ ਗੁਰੂ ਘਰ ਆ ਸਾਰੇ। ਕਿੱਥੇ ਜਾਣ ਲੱਗ ਗਏ ਬੰਦੇ? ਪੱਬਾਂ ਕਲੱਬਾਂ 'ਚ ਜਾਣ ਲੱਗ ਗਏ। ਦੁਖਿਆਰੇ ਸੀ, ਦੁਖੀ ਸੀ, ਚਰਚ ਜਾਂਦੇ ਸੀ, ਬਾਈਬਲ ਨੂੰ ਸਮਝਦੇ ਸੀ, ਆਪਣੇ ਪੈਗੰਬਰ ਨੂੰ ਪੂਜਦੇ ਸੀ। ਸੁਖੀ ਹੋ ਗਏ। ਕੀ ਹੋ ਗਿਆ? ਸੁਖੀ ਹੋ ਕੇ ਜਾਣਾ ਬੰਦ ਕਰਤਾ, ਸ਼ਰਾਬਾਂ ਪੀਣ ਲੱਗ ਗਏ, ਪੱਬਾਂ ਜਾਣ ਲੱਗ ਗਏ, ਤਬਾਹ ਹੋ ਗਏ, ਜੀਵਨ ਨਰਕ ਬਣ ਗਏ। ਤੇ ਗੁਰੂ ਸਾਹਿਬ ਵੀ ਤਾਂ ਇਹੀ ਸਮਝਾ ਰਹੇ ਸਨ, ਸਿੱਖਾ
ਅੱਜ ਦੁੱਖ ਆ ਕੱਲ ਨੂੰ ਸੁੱਖ ਆ, ਅੱਜ ਸੁੱਖ ਹੈ ਕੱਲ ਨੂੰ ਦੁੱਖ ਆ। ਤੂੰ ਕੀ ਮੰਗਿਆ ਕਰ? ਤੂੰ ਭਾਣਾ ਮੰਗਿਆ ਕਰ, ਰਜਾ ਮੰਗਿਆ ਕਰ ਤੇ ਆਨੰਦ ਦੀ ਦਾਤ ਮੰਗਿਆ ਕਰ ਤੇ ਰੋਜ਼ ਗੁਰੂ ਦੇ ਹਜ਼ੂਰ ਆਪਣੇ ਅੰਦਰੋਂ ਕਿਹਾ ਕਰ, ਮੈਨੂੰ ਉਹ ਵਿਗਾਸ ਦੇ ਜਿਹੜਾ ਬਿਨਸੇ ਨਾ, ਮੈਨੂੰ ਉਹ ਸੁੱਖ ਦੇ ਜਿਹੜਾ ਸਦੀਵੀ ਸੁੱਖ ਹੈ, ਮੈਨੂੰ ਉਹ ਖੇੜਾ ਦੇ ਜਿਹੜਾ ਕਦੇ ਜਾਵੇ ਨਾ। ਮਹਾਰਾਜ ਐਸਾ ਖੇੜਾ ਹੈ, ਐਸਾ ਵਿਗਾਸ ਹੈ। ਮਹਾਰਾਜ ਕਹਿੰਦੇ ਜਪਦਿਆਂ ਜਪਦਿਆਂ ਮਨ ਉੱਥੋਂ ਤੱਕ ਪਹੁੰਚ ਜਾਂਦਾ, ਆਤਮਾ ਉੱਥੋਂ ਤੱਕ ਪਹੁੰਚ ਜਾਂਦੀ ਹੈ। ਉਹ ਕਿੱਥੋਂ ਲੱਭੇਗਾ ਖੇੜਾ? ਉਹ ਤੇਰੇ ਅੰਦਰੋਂ ਹੀ ਲੱਭੇਗਾ। ਉਹ ਆਨੰਦ ਤੇਰੇ ਅੰਦਰ ਹੀ ਹੈਗਾ ਆ, ਉਹ ਕਿਤੇ ਨਹੀਂ ਜਾਣ ਦੀ ਲੋੜ ਤੇ। ਨਾਨਕ ਭਗਤਾਂ ਸਦਾ ਵਿਗਾਸ, ਉਹ ਖੇੜਾ ਹੈ। ਬਾਣੀ ਸੱਚ ਮੰਨਦੀ ਵੀ ਉਹ ਸਦੀਵੀ ਖੇੜਾ ਹੈਗਾ, ਪਰ ਵਿਗਿਆਨ ਨਹੀਂ ਮੰਨੇਗਾ। ਵਿਗਿਆਨ ਕਿਉਂ ਨਹੀਂ ਮੰਨੇਗਾ? ਕਿਉਂਕਿ ਵਿਗਿਆਨ ਨੇ ਸਰੀਰ ਦੇ ਸੁੱਖ ਲਈ ਜੋ ਲੱਭਿਆ ਉਹ ਬਾਹਰੋਂ ਲੱਭਿਆ। ਕੋਈ ਸਾਇੰਸਦਾਨ ਨਹੀਂ ਮੰਨਦਾ ਵੀ ਅੰਦਰ ਖੇੜਾ, ਅੰਦਰ ਵਿਗਾਸ, ਅੰਦਰ ਆਨੰਦ। ਉਹ ਕਹਿੰਦੇ ਸਭ ਕੁਝ ਬਾਹਰ ਹੈ, ਬਸ ਬੰਦਾ ਇੱਥੇ ਭੁਲੇਖਾ ਖਾ ਗਿਆ। ਪਦਾਰਥ ਬਾਹਰੋਂ ਲੱਭਦਾ, ਉਹਨੂੰ ਅੰਦਰੋਂ ਨਹੀਂ ਲੱਭਿਆ ਜਾ ਸਕਦਾ। ਘਰ ਬਣਾਉਣਾ, ਰੋਟੀ ਬਣਾਉਣੀ ਪਦਾਰਥ ਹੈ। ਸੰਸਾਰੀ ਚੀਜ਼ਾਂ ਖੋਜਣੀਆਂ ਪੈਣਗੀਆਂ। ਘਰ ਬਣਾਉਣਾ, ਘਰੋਂ ਨਿਕਲਣਾ ਪਏਗਾ, ਬੱਚੇ ਪਾਲਣੇ ਹੈ, ਦੂਜੇ ਮੁਲਕ ਜਾਣਾ ਪਏਗਾ, ਕਿਰਤ ਕਰਨੀ ਪਏਗੀ, ਸਟਰਗਲ ਕਰਨੀ ਪਏਗੀ। ਇੱਥੇ ਭੁਲੇਖਾ ਖਾ ਗਿਆ ਬੰਦਾ। ਤੇ ਆਨੰਦ ਵਿਗਾਸ ਕਿੱਥੇ ਹੈ? ਉਹ ਅੰਦਰ ਹੈ। ਰੋਟੀ ਕਮਾਉਣਾ, ਘਰੋਂ ਬਾਹਰ ਜਾਓ। ਵਿਗਾਸ ਤੇ ਆਨੰਦ ਚਾਹੀਦਾ, ਫਿਰ ਕਿੱਥੇ ਆਓ ਜੀ? ਘਰੋਂ ਜਾਣਾ ਪੈਣਾ ਕਿ ਘਰੇ ਆਉਣਾ ਪੈਣਾ ਜੀ? ਫਿਰ ਘਰੇ ਆਉਣਾ ਪੈਣਾ। ਤੇ ਮਹਾਰਾਜ ਕਹਿੰਦੇ ਆ ਨਾ ਬਾਣੀ 'ਚ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਘਰੇ ਆ ਜਾ, ਅੰਦਰ ਵਿਗਾਸ ਆ, ਅੰਦਰ ਆਨੰਦ ਆ, ਮੱਤ ਵਿੱਚ ਰਤਨ ਜਵਾਹਰ ਮਾਨਕ। ਰੋਜ਼ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਆ, ਪਾਠ ਕਰਦੇ ਆ, ਅਕੀਦਾ ਹੈਗਾ, ਵਿਸ਼ਵਾਸ ਹੈਗਾ। ਮਹਾਰਾਜ ਕਹਿੰਦੇ ਬੜਾ ਕੁਛ ਆ ਤੇਰੇ ਹਿਰਦੇ ਘਰ 'ਚ, ਆਨੰਦ ਖੇੜਾ। ਦੁੱਖਾਂ ਸੁੱਖਾਂ ਤੋਂ ਉੱਪਰਲੀ ਅਵਸਥਾ ਤੈਨੂੰ ਬਾਹਰੋਂ ਨਹੀਂ ਮਿਲਣੀ, ਅੰਦਰੋਂ ਹੀ ਮਿਲਣੀ ਆ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬਸ ਹਿਰਦੇ ਘਰ ਚ ਆ ਜਾ, ਘਰ ਰਹੋ ਰੇ ਮਨ ਮੁਗਧ ਇਆਨੇ। ਆਪਣੇ ਘਰੇ ਆ, ਕਿੰਨਾ ਕੁਛ ਪਿਆ ਤੇਰੇ ਘਰ ਵਿੱਚ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਨਹੀਂ ਜਾਣ ਸਕੇ, ਉਹ ਬਾਹਰੋਂ ਲੱਭਦੇ ਰਹਿ ਗਏ ਸਾਰਾ ਕੁਝ। ਤੇ ਮਹਾਰਾਜ ਕਹਿੰਦੇ ਰੱਬ ਅੰਦਰ ਹੈ, ਬਾਹਰ ਨਹੀਂ। ਬਾਹਰ ਪਦਾਰਥ ਹੈ, ਸਰੀਰ ਦੀਆਂ ਸਹੂਲਤਾਵਾਂ। ਇਹ ਤਨ ਦੀਆਂ ਲੋੜਾਂ ਪਿਆਰਿਆ, ਮਨ ਦੀਆਂ ਲੋੜਾਂ ਨਹੀਂ। ਭੁਲੇਖਾ ਖਾ ਗਿਆ। ਤਨ ਦੀਆਂ ਲੋੜਾਂ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਾ, ਪਰ ਮਨ ਨੂੰ ਟਿਕਾ ਨਹੀਂ ਮਿਲੇਗਾ। ਤਨ ਦੀਆਂ ਲੋੜਾਂ ਇਕੱਠੀਆਂ ਕਰਕੇ ਬਾਹਰੋਂ ਜਿੰਨਾ ਮਰਜ਼ੀ ਵੱਡਾ ਬਣ ਜਾ, ਅੰਦਰੋਂ ਛੋਟਾ ਹੀ ਰਹੇਗਾ। ਅੰਦਰੋਂ ਗਰੀਬ ਹੀ ਰਹੇਗਾ, ਅੰਦਰੋਂ ਕੰਗਾਲ ਹੀ ਰਹੇਗਾ। ਇਸ ਗੱਲ ਦਾ ਫੈਸਲਾ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ। ਕਦੇ ਸ਼ਲੋਕ ਵਾਚੀਏ ਤਾਂ ਸਹੀ ਆਪਾਂ। ਕਹਿੰਦੇ ਬਾਹਰੋਂ ਇੰਨਾ ਵੱਡਾ ਬਣ ਜਾ, ਸੰਸਾਰ ਦੀਆਂ ਸਹੂਲਤਾਂ ਲੈ ਆ, ਭਾਵੇਂ ਇਕੱਠਾ ਕਰ ਲਾ ਸਾਰਾ ਕੁਝ ਤਨ ਲਈ। ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ। ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਤੂੰ ਜਿਉਂਦੇ ਜੀ ਮਰਿਆ ਆ ਸਭ ਕੁਝ ਹੁੰਦਿਆਂ ਹੋਇਆਂ ਵੀ ਜੇ ਤੇਰੀ ਪਰਮਾਤਮਾ ਨਾਲ ਪ੍ਰੀਤ ਨਹੀਂ, ਪਰਮੇਸ਼ਰ ਦੇ ਰੰਗ 'ਚ ਤੂੰ ਰੰਗਿਆ ਨਹੀਂ, ਤੂੰ ਜਿਉਂਦੇ ਜੀ ਮਰਿਆ ਹੋਇਆ। ਕੁਛ ਨਹੀਂ ਤੇਰੇ ਕੋਲੇ। ਬਾਹਰੋਂ ਜਿੰਨਾ ਮਰਜ਼ੀ ਵੱਡਾ ਬਣ ਗਿਆ, ਅੰਦਰੋਂ ਛੋਟਾ ਆ। ਅੰਦਰੋਂ ਵੱਡੇ ਬਣ ਲਈ, ਅੰਦਰੋਂ ਅਵਸਥਾ ਉੱਪਰ ਚੱਕਣ ਲਈ ਘਰੋਂ ਜਾਣਾ ਨਹੀਂ ਪੈਣਾ, ਘਰੇ ਆਉਣਾ ਪੈਣਾ, ਹਿਰਦੇ ਘਰ 'ਚ ਆਉਣਾ ਪੈਣਾ। ਸਭ ਕੁਝ ਤੇਰੇ ਘਰੇ ਹੀ ਹੈ। ਸਾਇੰਸ ਕਹਿੰਦੀ ਸਭ ਕੁਝ ਬਾਹਰ ਹੈ, ਤੇ ਸਾਇੰਸ ਨੇ ਜੋ ਵੀ ਦਿੱਤਾ ਉਹ ਬਾਹਰੋਂ ਹੀ ਦਿੱਤਾ ਸਾਨੂੰ ਸਾਰਾ ਕੁਝ। ਸੁੱਖ ਮਿਲ ਗਿਆ ਜਦੋਂ ਪਦਾਰਥ ਨੂੰ ਸਾਇੰਸਦਾਨਾਂ ਨੇ ਆਪਦੇ ਅਨੁਕੂਲ ਕਰ ਲਿਆ,
ਜਿਹੜੇ ਗਹਿਣੇ ਤੁਹਾਡੇ ਗਲ 'ਚ ਪਾਏ ਆ ਇਵੇਂ ਨਿਕਲੇ ਸੀ ਕਿ ਬਾਅਦ 'ਚ ਘੜੇ ਗਏ ਆ? ਜਿਹੜੀ ਕਰਦ ਹੈ ਲੋਹਾ, ਇਹ ਕਰਦ ਬਣ ਕੇ ਆਈ ਸੀ ਕਿ ਬਾਅਦ 'ਚ ਬਣਾਈ ਹੈ? ਟ੍ਰੇਨਾਂ, ਜਹਾਜ਼, ਮਸ਼ੀਨਰੀ, ਸੰਸਾਰ ਭਰ ਦਾ ਜਿੰਨਾ ਇਹ ਲੋਹਾ, ਚਾਂਦੀ, ਸੋਨਾ, ਤਾਂਬਾ, ਇਹਨੂੰ ਸ਼ਿੰਗਾਰ ਲਿਆ ਬੰਦੇ ਨੇ, ਗਹਿਣੇ ਬਣਾ ਲਏ, ਸਾਧਨ ਬਣਾ ਲਏ, ਪਦਾਰਥਾਂ 'ਚੋਂ ਸੁੱਖ ਇਕੱਠਾ ਕਰ ਲਿਆ ਨਾ ਬੰਦੇ ਨੇ, ਆਪਣੇ ਅਨੁਕੂਲ ਕਰ ਲਿਆ ਨਾ ਪਦਾਰਥ। ਬੰਦਾ ਕਹਿੰਦਾ ਮੈਂ ਬੈਠਾ ਤੀਜੀ ਮੰਜ਼ਿਲ ਤੇ, ਮੈਨੂੰ ਚਾਹੀਦਾ ਪਾਣੀ, ਤੇ ਪਾਣੀ ਦਾ ਕੁਦਰਤੀ ਸੁਭਾਅ ਕੀ ਹੈ? ਨਿਵਾਣ ਵਾਲੇ ਪਾਸੇ ਜਾਣਾ ਕਿ ਉੱਚੇ ਪਾਸੇ ਜਾਣਾ? ਕੁਦਰਤੀ ਸੁਭਾਅ ਤਾਂ ਉਹਦਾ ਨੀਵੇਂ ਪਾਸੇ ਜਾਣਾ ਨਾ। ਬੰਦਾ ਕਹਿੰਦਾ ਮੈਨੂੰ ਤੀਜੀ ਬਿਲਡਿੰਗ ਤੇ ਕੀ ਚਾਹੀਦਾ? ਪਾਣੀ ਚਾਹੀਦਾ। ਉਹਨੇ ਚਾੜ ਲਿਆ, ਤਾਂ ਮੋਟਰਾਂ ਲਾ ਕੇ, ਪੰਪ ਲਾ ਕੇ ਤਾਂ ਚਾੜ ਲਿਆ, ਆਪਣੇ ਅਨੁਕੂਲ ਕਰ ਲਿਆ ਪਾਣੀ ਨੂੰ ਨਾ। ਕਹਿੰਦਾ ਬਾਹਰ ਗਰਮੀ ਆ ਪਰ ਕਮਰੇ 'ਚ ਠੰਡ ਚਾਹੀਦੀ ਹੈ, ਏਸੀ ਆ ਗਏ ਨਾ। ਉਹਨੂੰ ਲੱਗਿਆ ਵੀ ਜਿਹੜੀ ਚੀਜ਼ ਮੈਨੂੰ ਮੇਰੇ ਅਨੁਕੂਲ ਹੈ, ਜੋ ਮੈਨੂੰ ਚਾਹੀਦੀ ਮੈਂ ਆਪਣੇ ਅਨੁਕੂਲ ਕਰ ਲਾਂ। ਉਹਨੂੰ ਲੱਗਿਆ ਮੈਨੂੰ ਗਰਮ ਪਾਣੀ ਚਾਹੀਦਾ, ਸਿਆਲਾਂ 'ਚ ਉਹਨੇ ਗਰਮ ਕਰ ਲਿਆ, ਹੀਟਰ ਲਾ ਲਏ। ਠੰਡਾ ਪਾਣੀ ਚਾਹੀਦਾ, ਫਰਿੱਜਾਂ ਆ ਗਈਆਂ। ਹਰ ਚੀਜ਼ ਕੁਦਰਤ ਦੇ ਵਿੱਚੋਂ ਹੀ, ਬਾਹਰੋਂ ਕੁਛ ਨਹੀਂ ਲਿਆਂਦਾ। ਸਾਇੰਸ ਨੇ ਵੀ ਖੋਜ ਕਰ ਕਰਕੇ ਚਾਨਣ ਕੀਤਾ, ਲਾਈਟਾਂ ਆਈਆਂ, ਕਿੰਨੇ ਸੰਸਾਰ ਦੇ ਸਾਧਨ ਹੈ, ਇਹ ਬਾਹਰੋਂ ਹੀ ਆਏ ਸਾਰੇ। ਪਦਾਰਥ ਨੂੰ ਆਪਣੇ ਅਨੁਕੂਲ ਕਰ ਕਰਕੇ ਸਾਨੂੰ ਸੁਖੀ ਕਰਤਾ। ਬਾਹਰੀ ਤਲ ਤੇ ਅਸੀਂ ਸੁਖੀ ਹੋ ਗਏ। ਹੁਣ ਤੁਹਾਨੂੰ ਸਫ਼ਰ ਕਰਨ ਦੇ ਲਈ 2-3 ਕਿਲੋਮੀਟਰ ਘੰਟੇ ਨਹੀਂ ਲੱਗਣੇ, ਮਿੰਟ ਲੱਗਦੇ ਆ। ਹੁਣ ਇੱਕ ਦਿਨ 'ਚ ਬੰਦਾ 2-2, 3-3, 4-400, 500 ਕਿਲੋਮੀਟਰ ਸਫ਼ਰ ਆਰਾਮ ਨਾਲ ਕਰ ਲੈਂਦਾ। ਮੋਟਰ ਗੱਡੀਆਂ ਆ ਗਈਆਂ, ਕੁਦਰਤ ਵਿੱਚੋਂ ਹੀ ਕੱਢਿਆ ਸਾਇੰਸ ਨੇ ਵੀ ਸਭ ਕੁਝ। ਜੋ ਸਾਨੂੰ ਚਾਹੀਦਾ ਸੀ ਦੇਈ ਗਏ, ਅਸੀਂ ਬਾਹਰੀ ਤਲ ਤੇ ਸੁਖੀ ਹੋਈ ਗਏ, ਤੇ ਅੰਦਰੋਂ ਸੁਖੀ ਹੋ ਗਏ। ਉੱਥੇ ਖੜਾ ਬੰਦਾ, ਚਿੰਤਾ ਘਟੀ ਕਿ ਵਧੀ? ਦੁੱਖ ਘਟੇ, ਸੋਗ, ਤਕਲੀਫਾਂ, ਰੋਗ, ਵਕਾਰ, ਕੁਛ ਘਟਿਆ? ਉੱਥੇ ਹੀ ਆ ਬੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬੜੀ ਪਿਆਰੀ ਗੱਲ ਕਹੀ। ਕਹਿੰਦੇ ਪਦਾਰਥਾਂ ਨੂੰ ਆਪਣੇ ਅਨੁਕੂਲ ਕਰਕੇ ਬਾਹਰੋਂ ਸੁਖੀ ਹੋ ਗਿਆ, ਤੇ ਪਰਮਾਤਮਾ ਨੂੰ ਪਾ ਕੇ ਆਨੰਦ ਪ੍ਰਾਪਤ ਕਰੇਗਾ। ਪਰ ਇਹਦੇ ਲਈ ਤੈਨੂੰ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ ਪਏਗਾ। ਵਾਹਿਗੁਰੂ ਦੇ ਅਨੁਕੂਲ ਕਰ ਲਾ ਆਪਣੇ ਆਪ ਨੂੰ। ਪਦਾਰਥ ਆਪਣੇ ਅਨੁਕੂਲ ਕਰ ਲੈ, ਸੁਖੀ ਹੋ ਗਿਆ। ਜੇ ਆਨੰਦ ਧੋਣਾ, ਵਾਹਿਗੁਰੂ ਤੇਰੇ ਅੰਦਰ ਹੈ, ਅੰਦਰੋਂ ਹੀ ਆਨੰਦ ਮਿਲਣਾ, ਤੇ ਤੂੰ ਆਪਣੇ ਆਪ ਨੂੰ ਵਾਹਿਗੁਰੂ ਦੇ ਅਨੁਕੂਲ ਕਰ ਲਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਾਣੀ ਤੇ ਆਪਣੇ ਵਰਗਾ ਜਿਵੇਂ ਚਾਹੀਦਾ ਉਵੇਂ ਬਣਾ ਲਿਆ। ਹਵਾ ਨੂੰ ਜਿਵੇਂ ਚਾਹੀਦਾ ਸੀ ਟੂਪਾਂ 'ਚ ਭਰ ਲਈ, ਜਿੱਥੇ ਜਿੱਥੇ ਚਾਹੀਦੀ ਸੀ ਆਪਣੇ ਵਾਂਗੂ ਕਰ ਲਈ ਹਵਾ। ਪਰ ਰੱਬ ਨੂੰ ਆਪਣੇ ਵਰਗਾ ਨਹੀਂ ਕਰਨਾ, ਰੱਬ ਵਰਗੇ ਹੋਣਾ ਹੈ, ਵਾਹਿਗੁਰੂ ਦਾ ਰੂਪ ਹੋਣਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਪਦਾਰਥ ਬਾਹਰੋਂ ਮਿਲਦਾ ਤੇ ਪਦਾਰਥ 'ਚੋਂ ਸੁੱਖ ਮਿਲਦਾ, ਪਰਮਾਤਮਾ ਅੰਦਰੋਂ ਮਿਲਦਾ ਹੈ। ਤੇ ਪਰਮਾਤਮਾ ਤੋਂ ਕੀ ਮਿਲਦਾ ਹੈ? ਆਨੰਦ ਮਿਲਦਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਸਾਨੂੰ ਉਹ ਆਨੰਦ ਚਾਹੀਦਾ, ਉਹ ਵਿਗਾਸ, ਉਹ ਸਦੀਵੀ ਖੇੜਾ ਚਾਹੀਦਾ, ਜਿਹੜਾ ਤਵੀਆਂ ਤੇ ਬਹਿ ਕੇ ਵੀ ਤੇਰੇ ਕੋਲੇ ਸੀਗਾ ਬਾਪੂ। ਆਰਿਆਂ ਥੱਲੇ ਕਟਵਾ ਕੇ ਵੀ ਜਿਹੜਾ ਆਪਣੇ ਆਪ ਨੂੰ ਤਨ ਚਰਵਾ ਕੇ ਵੀ ਜਿਹੜਾ ਆਨੰਦ ਬਿਖਰਿਆ ਨਹੀਂ, ਸਾਨੂੰ ਉਹ ਆਨੰਦ ਚਾਹੀਦਾ। ਛੋਲਿਆਂ ਦੀ ਮੁੱਠ ਖਾ ਕੇ ਮੇਰਿਆਂ ਬਜ਼ੁਰਗਾਂ ਅੱਧੀ ਸਦੀ ਕੌਮ ਲਈ ਜੰਗਾਂ ਲੜੀਆਂ, ਬੱਚੇ ਸ਼ਹੀਦ ਹੋ ਗਏ, ਤਾਂ ਵੀ ਮੱਥੇ ਵੱਟ ਨਾ ਪਾਇਆ। ਸਾਨੂੰ ਉਹ ਆਨੰਦ ਚਾਹੀਦਾ। ਬੱਚਿਆਂ ਦੇ ਟੋਟੇ ਕਰਵਾ ਕੇ, ਝੋਲੀਆਂ 'ਚ ਪਵਾ ਕੇ, ਵਾਹਿਗੁਰੂ ਦੀ ਰਜ਼ਾ ਤੇ ਹੁਕਮ ਵਿੱਚ ਰਹੀਆਂ ਉਹ ਮਾਵਾਂ, ਸਾਨੂੰ ਉਹ ਵਿਗਾਸ ਚਾਹੀਦਾ, ਸਾਨੂੰ ਉਹ ਖੇੜਾ ਚਾਹੀਦਾ। ਸਾਨੂੰ ਉਹ ਜ਼ਿੰਦਗੀ ਨਹੀਂ ਚਾਹੀਦੀ ਵੀ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤਦਾਰਾ ਪਿਆਨ ਲਟਾਵੇ। ਵੀ ਆਪਣੇ ਬੱਚਿਆਂ ਦਾ ਪੇਟ ਭਰਨ ਲਈ, ਸੋਹਣੀਆਂ ਸਹੂਲਤਾਂ ਦੇਣ ਲਈ ਮੈਂ ਦੂਜਿਆਂ ਦੇ ਬੱਚਿਆਂ ਦੇ ਪੇਟ ਚਾਕ ਕਰ ਆਇਆ। ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ। ਮੈਨੂੰ ਉਹ ਧਾਰਮਿਕ ਰੰਗਤ ਵਾਲੀ ਜ਼ਿੰਦਗੀ ਚਾਹੀਦੀ। ਸਦਾ ਰਹੋ ਹਰ ਰੰਗ, ਮੈਂ ਤੇਰੇ ਰੰਗ 'ਚ ਪ੍ਰੇਮ 'ਚ ਰੰਗਿਆ ਰਵਾਂ। ਦੇਗਾਂ 'ਚੋਂ ਬਾਲੇ ਗਏ,
ਚਰਖੀਆਂ ਤੇ ਚਾੜੇ ਗਏ, ਬੰਦ ਕੱਟੇ ਗਏ, ਤਨ ਚੀਰੇ ਗਏ, ਜੰਡਾ ਨਾ ਬੰਨ ਕੇ ਸਾੜੇ ਗਏ, ਘਰ ਬਾਰ ਉਜੜ ਗਏ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਠਿੱਡੂ ਜੈਸਾ ਟਟੜੂ ਜੁਲੜੀ ਕੀ ਕਾਠੀ ਪਾਏ, ਰਸੜੀ ਲਗਾਮ ਜਾਂ ਕੂ ਰਸੜੀ ਰਕਾਬ ਜੂ। ਕਹਿੰਦੇ ਮਰੀਅਲ ਘੋੜੇ ਖੁਰਾਕ ਤੇ ਆਪਣੇ ਖਾਣ ਨੂੰ ਨਹੀਂ, ਘੋੜਿਆਂ ਨੂੰ ਵਿਚਾਰੇ ਕੀ ਪਾਉਂਦੇ। ਮਰੀਅਲ ਜੇ ਘੋੜੇ, ਉਹਨਾਂ ਕੋਲੇ ਨਾ ਵਧੀਆ ਰਕਾਬ ਹੈ, ਨਾ ਵਧੀਆ ਲਗਾਮ ਹੈ, ਤੇ ਬਹੁਤੀਆਂ ਦਸਤਾਰਾਂ ਵੀ ਨਹੀਂ, ਇੱਕੋ ਹੀ ਪਾਟੀ ਦਸਤਾਰ ਉਹਨਾਂ ਸਿਰ ਤੇ ਸਜਾਈ ਹੈ। ਢੁੱਚੂ ਜਾ ਬਣਾਇਆ ਸਿਰ ਸਰਤਾਜ ਜੂ, ਨਾਮ ਕੇ ਅਕਾਲੜੂ। ਨਾਮ ਦੇ ਅਕਾਲੀ ਹੈ, ਅਕਾਲ ਦੀ ਪੂਜਾ ਕਰਨ ਵਾਲੇ, ਅਕਾਲ ਦੇ ਰੰਗ 'ਚ ਰੰਗੇ ਰਹਿਣ ਵਾਲੇ, ਅਕਾਲ ਦੇ ਭੈ ਨੂੰ ਹਰ ਵੇਲੇ ਮਹਿਸੂਸ ਕਰਨ ਵਾਲੇ। ਫਿਰੇ ਬੁਰੇ ਹਾਲੜੂ ਮਾਰ ਕੁੱਟ ਡਾਲਣੇ ਕੋ ਡਾਢੇ ਉਸਤਾਦ ਜੂ। ਪਰ ਜਦੋਂ ਗੱਲ ਧਰਮ ਤੇ ਕੌਮ ਦੀ ਆਉਂਦੀ ਹੈ, ਇਹ ਮਨੁੱਖਤਾ ਲਈ ਸਿਰ ਦੇ ਵੀ ਸਕਦੇ ਆ, ਇਹ ਮਨੁੱਖਤਾ ਲਈ ਸਿਰ ਲਾ ਵੀ ਸਕਦੇ ਆ, ਇਹ ਆਉਣ ਵਾਲੀਆਂ ਨਸਲਾਂ ਲਈ ਸ਼ਹੀਦੀਆਂ ਵੀ ਦੇ ਸਕਦੇ ਆ। ਲੋੜ ਪਈ ਤੇ ਇਹਨਾਂ ਦੀ ਕਿਰਪਾਨ ਭਗਾਣੀ ਦੇ ਯੁੱਧ ਦੇ ਵਿੱਚ ਕਿਰਪਾ ਵੀ ਕਰਦੀ ਆ, ਇਹ ਸ਼ਹੀਦੀਆਂ ਵੀ ਪਾ ਜਾਂਦੇ ਆ। ਲੋੜ ਪਵੇ ਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਿਰ ਵੀ ਦਿੰਦੇ ਆ। ਇਹ ਹੈ ਸਦੀਵੀ ਸੁੱਖ, ਇਹ ਹੈ ਸਦੀਵੀ ਆਨੰਦ, ਇਹ ਹੈ ਸਦੀਵੀ ਖੇੜਾ, ਜਿਹੜਾ ਵੱਡੀਆਂ ਵੱਡੀਆਂ ਮੁਸੀਬਤਾਂ ਵਿੱਚ ਵੀ ਬਰਕਰਾਰ ਰਿਹਾ। ਮਹਾਰਾਜ ਉਹ ਸੁੱਖ ਕਿੱਥੋਂ ਮਿਲਦਾ? ਉਹ ਸੁੱਖ ਤੈਥੋਂ ਮਿਲਦਾ, ਸਦੀਵੀ ਸੁੱਖ, ਸਦੀਵੀ ਆਨੰਦ, ਜਿਹੜਾ ਕਦੇ ਬਿਨਸਦਾ ਹੀ ਨਹੀਂ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਨੀ ਪਾਈਐ, ਦਰਸ਼ਨ ਭੇਟਤ ਹੋ ਤੇ ਆਨੰਦਾ, ਦੁੱਖ ਗਿਆ ਹਰ ਗਾਈਐ। ਸਾਨੂੰ ਉਹ ਸੁੱਖ ਨਹੀਂ ਚਾਹੀਦਾ, ਸੁੱਖ ਮੰਗੈ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਇਹ ਸੁੱਖ ਨਹੀਂ ਚਾਹੀਦਾ ਸਾਨੂੰ, ਇਹ ਸੁੱਖ ਨਹੀਂ ਚਾਹੀਦਾ। ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪੈਰੇ ਜਾਏ ਮਨੁੱਖ। ਮਹਾਰਾਜ ਇਹ ਸੁੱਖ ਨਹੀਂ ਚਾਹੀਦਾ ਸਾਨੂੰ, ਸਾਰੇ ਸੁੱਖ ਮੰਗਦੇ, ਇਹ ਸੁੱਖ ਸਾਨੂੰ ਨਹੀਂ ਚਾਹੀਦਾ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁਖੈ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਸਾਨੂੰ ਰਮਜ ਪਤਾ ਹੀ ਨਹੀਂ ਵੀ ਇਸੇ ਸੁੱਖ ਜੀ ਦਾ ਦੁੱਖ ਲੁਕਿਆ, ਇਹਨਾਂ ਹਾਸਿਆਂ ਜੀ ਤੇ ਰੋਣੇ ਆ। ਇਸ ਜਨਮ ਵਿੱਚ ਵੀ ਤਾਂ ਮੌਤ ਆ, ਜਨਮ ਹੋ ਗਿਆ, ਦਿਨ ਮੌਤ ਦਾ ਚੇਤੇ ਰੱਖਣਾ ਸੀ। 80-82 ਸਾਲ ਦੇ ਬੰਦੇ ਜਨਮ ਦਿਨ ਮਨਾ ਰਹੇ ਆ, ਕਮਾਲ ਦੀ ਗੱਲ ਹੈ। ਮੌਤ ਦਰਵਾਜ਼ੇ ਤੇ ਖੜੀ ਹੈ। ਕੋਈ ਬੱਚਾ ਜਨਮ ਦਿਨ ਮਨਾਏ, ਅਸੀਂ ਕਵਾਂਗੇ ਮੂਡ ਆ ਵਿਚਾਰਾ, ਬੱਚਾ ਹੈ। ਕੋਈ ਜਵਾਨ ਮਨਾਵੇ, ਅਸੀਂ ਕਹਿਣਾ ਸ਼ਾਇਦ ਜਵਾਨੀ ਦਾ ਜੋਸ਼ ਹੈ, ਅਜੇ ਨਹੀਂ ਸਮਝ ਧਰਮ ਬਾਰੇ ਗੁਰੂ ਬਾਣੇ। ਇੱਕ 70-75 ਸਾਲ ਦਾ ਬਜ਼ੁਰਗ ਜਨਮ ਦਿਨ ਮਨਾਉਂਦਾ, ਸਵਾਏ ਲਾਹਣਤਾਂ ਤੋਂ ਬੰਦਾ ਹੋਰ ਪਾ ਸਕਦਾ ਕੁਛ? ਜਨਮ ਤੇ ਹੋ ਗਿਆ, ਹੋ ਗਿਆ ਜਨਮ। ਤਾਂ ਧਰਮ ਦੀ ਦੁਨੀਆ 'ਚ ਜਨਮ ਚੇਤੇ ਰੱਖਣ ਨਾਲ ਗੱਲ ਨਹੀਂ ਬਣਦੀ, ਧਰਮ ਦੀ ਦੁਨੀਆ 'ਚ ਮੌਤ ਚੇਤੇ ਰੱਖਣ ਨਾਲ ਗੱਲ ਬਣਦੀ ਆ। ਪਹਿਲਾਂ ਮਰਨ ਕਬੂਲ, ਜਨਮ ਤੇ ਹੋ ਗਿਆ, ਇਹ ਮਨਾਈ ਜਾਣਾ ਹੁਣ, ਇਹ ਤਾਂ ਹੋ ਗਿਆ। ਅੱਧਿਓਂ ਜ਼ਿਆਦਾ ਜ਼ਿੰਦਗੀ ਤਾਂ ਲੰਘ ਗਈ ਹੈ, ਹੁਣ ਮੌਤ ਚੇਤੇ ਕਰ। ਪਹਿਲਾਂ ਮਰਨ ਕਬੂਲ, ਇਹਦੇ 'ਚ ਸਦੀਵੀ ਸੁੱਖ ਹੈ, ਇਹਦੇ 'ਚ ਹੀ ਆਨੰਦ ਹੈ। ਜੀਵਨ ਕੀ ਛੱਡਿਆਸ, ਹੋ ਸਭਨਾ ਕੀ ਰੇਨੁਕਾ, तो आओ हमारे पास, कबीर मरता मरता जग मुआ, मर पे ना जाने कोई, ऐसी मरनी जो मरे, बौर ना मरना होए। मौत चेते कर, शब्द मरो फिर जीवो सदही, तां फिर मरन ना होई। ये जन्म ही मनाई जम्मण दी खुशी है। जननी जानत सुत बड़ा होत है, इतना क ना जाने जे दिन दिन अवध घटत है। मां कहंदी पुत वड्डा हो रहा, पर बाबा कहंदा नहीं छोटा हो रहा। ते जिहड़ी चीज़ घट रही है, गवाच रही है, ਉਹਦੀ खुशी मनाउणी चाहिए पागलों वांगू, कि चिंतन करना चाहिए, कि गंभीरता नाल सोचना चाहिए। गुरु अमरदास साहब दे कोल बह के, ए शरीरा मेरिया
इस जग में आए कै तेन 35 साल धरती ते आया हो गए, 40 हो गए, 45 हो गए, 50 हो गए, 25 हो गए, घट ते गए, वधिया ते कुछ नहीं ना। इस जग में आए कै क्या तुद कर्म कमाया, के कर्म कमाया तुद शरीरा, ਜਾਂ ਤੂੰ ਜੱਗ ਮੈਂ ਆਇਆ ਕੀ ਕੀਤਾ ਜਦੋਂ ਦਾ ਆਇਆ। ਸਾਰੀ ਜ਼ਿੰਦਗੀ ਬਾਹਰ ਭੱਜਦਾ ਰਿਹਾ ਪਦਾਰਥਾਂ ਲਈ, ਸ਼ੌਹਰਤ ਲਈ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ, ਬਿਰਲਾ ਬੂਝੈ ਕੋਏ। ਸਾਰੀ ਜ਼ਿੰਦਗੀ ਬਾਹਰ ਭੱਜਿਆ ਫਿਰਦਾ ਰਿਹਾ, ਅੰਦਰ ਆਇਆ ਹੀ ਨਹੀਂ। ਅੰਦਰ ਪ੍ਰਮਾਤਮਾ ਵਾ, ਅੰਦਰ ਆਨੰਦ ਹੈ, ਵਿਗਾਸ ਹੈ, ਖੇੜਾ। ਅੰਦਰ ਕਦੇ ਪਰਤਿਆ ਹੀ ਨਹੀਂ। ਮੌਤ ਚੇਤੇ ਆਉਂਦੀ ਤੇ ਰੱਬ ਚੇਤੇ ਆਉਂਦਾ, ਰੱਬ ਚੇਤੇ ਆਉਂਦਾ ਤੇ ਉਹਦਾ ਨਾਮ ਚੇਤੇ ਆਉਂਦਾ। ਜੇ ਉਹਨੂੰ ਜਪਦੇ ਆਨੰਦ ਵਿਗਾਸ ਤੇ ਖੇੜਾ ਆਉਂਦਾ, ਇਵੇਂ ਜ਼ਿੰਦਗੀ ਲੰਘ ਗਈ। ਤਾਂ ਹੀ ਗੁਰੂ ਰਾਮਦਾਸ ਮਹਾਰਾਜ ਸਾਨੂੰ ਪ੍ਰੇਰਨਾ ਦਿੰਦੇ ਆ, ਜਪ ਮਨ ਸਤਨਾਮ, ਸਦਾ ਸਤਨਾਮ, ਸਦਾ ਉਹਨੂੰ ਜਪ। ਕੀ ਹੋਏਗਾ? ਹਾਲਤ ਪਲਤ ਮੁਖ ਉਜਲ ਹੋਈ ਹੈ, ਸੰਸਾਰ ਤੇ ਨਿਰੰਕਾਰ ਦੇ ਦਰ ਤੇ ਸ਼ੋਭਾ ਮਿਲੇਗੀ। ਨਿਤ ਧਿਆਈਏ ਹਰ ਪੁਰਖ ਨਿਰੰਜਣਾ, ਸਦਾ ਉਹਨੂੰ ਧਿਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਹਰ ਇੱਛਾ ਪੂਰੀ ਕਰਨ ਵਾਲਾ ਹੈ। ਜਿੰਨਾ ਚਿਰ ਸਰੀਰ ਆ, ਲੋੜਾਂ ਵੀ ਰਹਿਣਗੀਆਂ, ਭੁੱਖ ਵੀ ਰਹੇਗੀ। ਲੋੜਾਂ ਲੋਭ ਵੀ ਬਣ ਜਾਂਦੀਆਂ ਤੇ ਲੋਭ ਦੀ ਪੂਰਤੀ ਕਰਦਾ ਕਰਦਾ ਬੰਦਾ ਮਿੱਟੀ ਹੋ ਜਾਂਦਾ। ਤੇ ਜਦੋਂ ਅੰਦਰ ਆਉਂਦਾ ਭੁੱਖ ਲੱਗਦੀ ਨਹੀਂ, ਭੁੱਖ ਮਿਟਦੀ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਹਿਰਦੇ ਦੀ ਧਰਤੀ ਤੇ ਆਏਗਾ, ਭੁੱਖ ਰਹਿਣੀ ਕੋਈ ਨਹੀਂ। ਜਦੋਂ ਆਪਦੇ ਅੰਦਰ ਝਾਤ ਮਾਰੇਗਾ, ਸਿਰ ਨੀਵਾਂ ਕਰ ਦੇਖ ਉਹਨੂੰ ਜਪੇਗਾ, ਕੋਈ ਭੁੱਖ ਨਹੀਂ ਰਹੇਗੀ। ਤੇ ਸਰੀਰ ਦੇ ਤਲ ਤੇ ਪ੍ਰਤਿਭਾ ਜਿੰਨੀ ਮਰਜ਼ੀ ਇਕੱਠੀ ਕਰ ਲੇ ਬੰਦਾ ਭੁੱਖਾ, ਪੈਸੇ ਜਿੰਨੇ ਮਰਜ਼ੀ ਇਕੱਠੇ ਕਰ ਲੇ ਬੰਦਾ ਭੁੱਖਾ। ਪੁੱਛ ਲਓ ਗੁਰੂ ਸਾਹਿਬ ਤੋਂ, ਕਿੰਨੇ ਕੁ ਰੱਜ ਗਏ, ਕਿਤੇ ਕਿੰਨੇ ਕੁ ਰੱਜ ਗਏ। ਵੱਡੇ ਵੱਡੇ ਰਾਜਣ ਅਰ ਪੂਮਣ, ਤਾਂ ਕੀ ਤ੍ਰਿਸ਼ਨ ਨਾ ਬੂਝੈ। ਮਹਾਰਾਜ ਕਹਿੰਦੇ ਕਿਹਦੀ ਤ੍ਰਿਸ਼ਨਾ ਬੁਝੀ ਆ? ਕੋਈ ਨਹੀਂ ਰੱਜਿਆ। ਬਸ ਜਿੰਨਾ ਕੁ ਮਿਲ ਗਿਆ ਉਨੀ ਕੁ ਭੁੱਖ ਹੋਰ ਲੱਗਿਆ ਈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰੇ, ਕੋਈ ਵਿਰਲਾ। ਜਿੰਨੀਆਂ ਚੀਜ਼ਾਂ ਮਿਲ ਗਈਆਂ ਉਨੀਆਂ ਹੋਰ ਚਾਹੀਦੀਆਂ। ਜਿੱਥੇ ਪਹੁੰਚ ਗਿਆ ਹੁਣ ਇਦੂਗਾ ਹੋਰ ਲੰਮਾ ਸਫ਼ਰ ਹੈ। ਤ੍ਰਿਸ਼ਨਾ ਦਾ, ਲੋਭ ਦਾ, ਲਾਲਸਾ ਦਾ। ਭੁੱਖ ਵਧੀ ਜਾਂਦੀ ਹੈ, ਬੰਦਾ ਭੱਜਿਆ ਜਾਂਦਾ। ਅੰਦਰ ਆਉਂਦਾ ਭੁੱਖ ਰਹਿੰਦੀ ਕੋਈ ਨਹੀਂ, ਮਿਟ ਜਾਂਦੀ ਹੈ। ਗੁਰੂ ਸਾਰੀਆਂ ਇਛਾਵਾਂ ਪੂਰੀਆਂ ਕਰ ਦਿੰਦਾ ਹੈ, ਮਨ ਸ਼ਾਂਤ ਕਰ ਦਿੰਦਾ ਹੈ, ਟਿਕਾ ਦਿੰਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਹੇ ਮੇਰੇ ਮਨਾ, ਉਸ ਵਾਹਿਗੁਰੂ ਨੂੰ ਧਿਆ ਤੇ ਕੀ ਹੋਏਗਾ? ਤਾਂ ਸਰਬ ਸੁਖ। ਸਰਬ ਸੁਖ ਸ਼ਬਦ ਕਿਉਂ ਵਰਤਿਆ? ਸਾਰੇ ਹੀ ਸੁਖ। ਕਿਸੇ ਕੋਲੇ ਕੋਈ ਸੁੱਖ ਹੈ, ਕਿਸੇ ਕੋਲੇ ਪੂਰਾ ਸੁੱਖ ਤੇ ਨਹੀਂ ਹੈਗਾ। ਕਿਸੇ ਕੋਲੇ ਕੋਈ ਪੁੱਤ ਵੱਲੋਂ ਸੁਖੀ ਹੈ, ਕੋਈ ਧੀ ਵੱਲੋਂ, ਕੋਈ ਪੈਸੇ ਵੱਲੋਂ, ਕੋਈ ਘਰ। ਸਾਰਾ ਹੀ ਸੁਖੀ ਤਾਂ ਕੋਈ ਨਹੀਂ ਨਾ ਹੈਗਾ। ਤਾਂ ਸਰਬ ਸੁੱਖ ਪਾਵੇਂ ਮੇਰੇ ਮਨਾ, ਤੈਨੂੰ ਸਾਰੇ ਸੁੱਖ ਮਿਲ ਜਾਣਗੇ ਜੇ ਤੂੰ ਪ੍ਰਮਾਤਮਾ ਨੂੰ ਰਾਧੇ। ਜੈ ਹਰ ਸਿਮਰਨ ਭਇਆ, ਤੇ ਗੁਰੂ ਮਹਾਰਾਜ ਨੇ ਮਾਨ ਨਾਲ ਆਖਿਆ, ਕਹਿੰਦੇ ਜਿੱਥੇ ਸਿਮਰਨ ਉੱਥੇ ਵਿਕਾਰ ਨਹੀਂ। ਤੈਂ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਸਾਨੂੰ ਸੋਝੀ ਦੇਣ ਵਾਲਾ ਵੀ ਗੁਰੂ ਹੀ ਹੈ। ਜਪ ਹਰ ਭਵਜਲ ਤਰਨਾ। ਅਸੀਂ ਜਪਦਿਆਂ ਜਪਦਿਆਂ ਭਵਜਲ ਸਾਗਰ ਤੋਂ ਪਾਰ ਲੰਘ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸੋਝੀ ਬਖਸ਼ਣ। ਬਾਣੀ ਦਾ ਜਾਪ, ਬਾਣੀ ਦਾ ਪਾਠ ਅਸੀਂ ਕਰਦੇ ਰਹੀਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤੇ ਅਰਦਾਸ ਕਰੀਏ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਸਦਾ ਸਿਫਤ ਸਲਾਹ ਤੇਰੀ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਤੇਰਾ ਨਾਮ ਸਾਡੇ ਹਿਰਦੇ ਚ ਵਸ ਜਾਏ। ਮੇਰੇ ਮੀਤ ਗੁਰਦੇਵ, ਮੇਰੇ ਮਿੱਤਰ ਗੁਰਦੇਵ ਗੁਰੂ ਜੀ, ਮੋਕੋ ਰਾਮ ਨਾਮ ਪ੍ਰਗਾਸ। ਮੇਰੇ ਹਿਰਦੇ ਚ ਆਪਦੇ ਨਾਮ ਦਾ ਚਾਨਣ ਕਰ ਦੋ। ਮੈਂ ਕੁਝ ਸੁਜਾਖਿਆਂ ਵਾਲੀ, ਸਚਿਆਰਿਆਂ ਵਾਲੀ ਜ਼ਿੰਦਗੀ ਜੀ ਕੇ ਸੰਸਾਰ ਤੋਂ ਜਾਵਾਂ। ਸਾਰੀ ਸੰਗਤ ਦਾ ਭਾਈ ਬਹੁਤ ਧੰਨਵਾਦ। ਤੁਸੀਂ ਬੜੀ ਇਕਾਗਰਤਾ ਨਾਲ ਗੁਰਬਾਣੀ ਦੀ ਵਿਚਾਰ ਨੂੰ ਸ਼ਰਵਣ ਕੀਤਾ।
ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸ਼ੁਕਰਾਨਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਦਾ ਨਿੱਘ ਮਾਣਿਆ। ਮਾਲਕ ਸਭ ਨੂੰ ਸੋਝੀ ਬਖਸ਼ੇ, ਸਮਝ ਬਖਸ਼ੇ, ਤੰਦਰੁਸਤੀ ਬਖਸ਼ੇ।